ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਵਿਸਮਾਦ ਨਾਦ ਵਿਸਮਾਦ ਵੇਦ। ਵਿਸਮਾਦ ਵਿਸਮਾਦ ਦਾ ਅਰਥ ਹੋਇਆ ਅਸਚਰਜ, ਬ੍ਰੈਥਟੇਕਿੰਗ, ਅਤੇ ਵਿਸਮਾਦ ਨਾਦ। ਨਾਦ ਉਹ ਹੁੰਦੇ ਆ ਕੋਈ ਵੀ ਆਵਾਜ਼, ਕੋਈ ਵੀ ਸਾਊਂਡ, ਜਿਵੇਂ ਭਾਵੇਂ ਉਹ ਕਿਸੇ ਸਾਜ਼ ਦੀ ਆਵਾਜ਼ ਹੋਈ, ਭਾਵੇਂ ਕੋਈ ਚਿੜੀ ਬੋਲਦੀ ਹੋਈ, ਭਾਵੇਂ ਕੋਈ ਬੰਦਾ ਹੀ ਬੋਲਦਾ ਹੋਇਆ, ਕੋਈ ਵੀ ਆਵਾਜ਼ ਜਿਹੜੀ ਆਪਾਂ ਨੂੰ ਆਪਣੇ ਕੰਨਾਂ ਰਾਹੀਂ ਆਪਾਂ ਨੂੰ ਸੁਣਦੀ ਹੈ। ਅਤੇ ਉਹ ਆਵਾਜ਼ਾਂ ਇਸ ਕਰਕੇ ਵਿਸਮਾਦ ਹਨ, ਅਸਚਰਜ ਹਨ, ਕਿਉਂਕਿ ਇੰਨੀਆਂ ਤਰ੍ਹਾਂ ਦੀਆਂ ਆਵਾਜ਼ਾਂ ਵਾਹਿਗੁਰੂ ਜੀ ਨੇ ਬਣਾਈਆਂ ਹਨ ਜੋ ਆਪਾਂ ਬਹਿ ਕੇ ਗਿਣੀਏ ਵੀ ਤਾਂ ਆਪਾਂ ਫਿਰ ਵੀ ਨਹੀਂ ਗਿਣ ਪਾਵਾਂਗੇ, ਕਿੰਨੀਆਂ ਤਰ੍ਹਾਂ ਦੀਆਂ ਆਵਾਜ਼ਾਂ ਗੁਰੂ ਸਾਹਿਬ ਜੀ ਨੇ ਬਣਾਈਆਂ। ਅਤੇ ਉਹਨਾਂ ਆਵਾਜ਼ਾਂ ਦੇ ਰਾਹੀਂ ਆਪਾਂ ਨੂੰ ਫਿਰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਕਿ ਆਪਾਂ ਇਹਨਾਂ ਨੂੰ ਆਵਾਜ਼ਾਂ ਨੂੰ ਸੁਣ ਕੇ ਆਪਾਂ ਨੂੰ ਵਾਹਿਗੁਰੂ ਜੀ ਦੀ ਯਾਦ ਆਉਂਦੀ ਹੈ ਕਿ ਨਹੀਂ। ਵਿਸਮਾਦ ਵੇਦ। ਵੇਦ ਦਾ ਅਰਥ ਹੋਇਆ ਗਿਆਨ। ਹੁਣ ਗਿਆਨ ਵੀ ਬਹੁਤ ਸਾਰੇ ਤਰੀਕਿਆਂ ਦੇ ਹੁੰਦੇ ਹਨ, ਕਿ ਸੰਗੀਤ ਦਾ ਗਿਆਨ, ਸ਼ਾਸਤਰਾਂ ਦਾ ਗਿਆਨ, ਵੱਖਰੀਆਂ ਲਿਪੀਆਂ ਦਾ ਗਿਆਨ, ਭਾਸ਼ਾਵਾਂ ਦਾ ਗਿਆਨ। ਗਿਆਨਾਂ ਨੂੰ ਵੀ ਜੇ ਆਪਾਂ ਬਹਿ ਕੇ ਗਿਣੀਏ ਤਾਂ ਗਿਣੇ ਨਹੀਂ ਜਾਂਦੇ। ਤਾਂ ਫਿਰ ਇਹ ਵੀ ਬੜੀ ਵਿਸਮਾਦ ਵਾਲੀ ਗੱਲ ਆ ਕਿ ਵਾਹਿਗੁਰੂ ਜੀ ਨੇ ਕਿੰਨੇ ਤਰ੍ਹਾਂ ਦੇ ਗਿਆਨ ਬਣਾਏ। ਹਰ ਬੰਦੇ ਲਈ ਵੱਖਰਾ ਗਿਆਨ, ਹਰ ਬੰਦੇ ਨੂੰ ਵੱਖਰਾ ਗਿਆਨ ਚੰਗਾ ਲੱਗਦਾ। ਵਿਸਮਾਦ ਜੀਵ ਵਿਸਮਾਦ ਭੇਦ। ਅਸਚਰਜ ਹਨ ਉਹ ਜੀਵ ਜਿਹੜੇ ਪਰਮਾਤਮਾ ਨੇ ਵੱਖਰੇ ਆਕਾਰਾਂ ਨਾਲ ਬਣਾਏ ਹਨ, ਜਿਨ੍ਹਾਂ ਨੂੰ ਪ੍ਰਾਣ ਬਖਸ਼ੇ ਹਨ, ਜਾਨ ਦਿੱਤੀ ਹੈ ਅਤੇ ਚੇਤਨਾ ਦਿੱਤੀ ਹੈ। ਵੱਖਰੇ ਜੀਵ ਜਿਵੇਂ ਮਨੁੱਖ, ਪਸ਼ੂ, ਪੰਛੀ, ਪੌਦੇ। ਵਿਸਮਾਦ ਭੇਦ ਅਤੇ ਅਸਚਰਜ ਹੈ ਉਹਨਾਂ ਜੀਵਾਂ ਦੀ ਵਿਲੱਖਣਤਾ ਕਿ ਕੋਈ ਵੀ ਜੀਵ ਇੱਕੋ ਜਿਹੇ ਨਹੀਂ ਹੈਗੇ। ਘੋੜਿਆਂ ਦੇ ਵਿੱਚ ਵੀ ਉਹਨਾਂ ਦੀਆਂ ਹੋਰ ਨਸਲਾਂ ਹਨ, ਕੁੱਤਿਆਂ ਦੀ ਵੀ ਨਸਲਾਂ ਹਨ, ਬਿੱਲੀਆਂ ਦੀ ਵੀ ਹੋਰ ਨਸਲਾਂ ਹਨ। ਇੱਥੋਂ ਤੱਕ ਕਿ ਮਨੁੱਖਾਂ ਦੇ ਹੱਥਾਂ ਦੀਆਂ ਉਂਗਲੀਆਂ ਵੀ ਨਹੀਂ ਇੱਕ ਦੂਜੇ ਦੀ ਸੇਮ ਸਾਈਜ਼ ਦੀਆਂ ਹਨ। ਮੇਰਾ ਪ੍ਰਭ ਸਾਚਾ ਇੱਕ ਖੇਲ ਰਚਾਇਆ, ਕੋਇ ਨਾ ਕਿਸਹੀ ਜਿਹਾ ਉਪਾਇਆ। ਵਿਸਮਾਦ ਰੂਪ ਵਿਸਮਾਦ ਰੰਗ। ਹਰੇਕ ਜੀਵ ਦਾ ਰੂਪ, ਬਾਹਰੀ ਆਕਾਰ, ਉਸਦੇ ਨੈਣ ਨਕਸ਼, ਸੁੰਦਰਤਾ ਸਾਰੀ ਵੱਖਰੀ ਹੈ। ਦੋ ਜੋੜੇ ਬੱਚਿਆਂ ਦੇ ਵੀ ਰੂਪ ਆਪਸ ਵਿੱਚ ਪੂਰੀ ਤਰ੍ਹਾਂ ਨਹੀਂ ਮਿਲਦੇ। ਫਿਰ ਪਰਮਾਤਮਾ ਨੇ ਕਿੰਨੀ ਤਰ੍ਹਾਂ ਦੇ ਰੰਗਾਂ ਵਾਲੇ ਜੀਵ ਬਣਾਏ ਹਨ। ਕੋਈ ਗੋਰਾ ਹੈ, ਕੋਈ ਕਾਲਾ ਹੈ। ਫੁੱਲਾਂ ਵਿੱਚ ਵੀ ਵੱਖਰੇ ਰੰਗ ਭਰੇ ਹਨ। ਪੱਤਿਆਂ ਦੇ ਰੰਗ ਵੀ ਇੱਕੋ ਜਿਹੇ ਨਹੀਂ ਹੁੰਦੇ। ਇਹਨਾਂ ਸਾਰਿਆਂ ਨੂੰ ਦੇਖ ਕੇ ਸਾਨੂੰ ਪਰਮਾਤਮਾ ਦੀ ਯਾਦ ਆਉਂਦੀ ਹੈ ਕਿ ਵਾਹਿਗੁਰੂ ਜੀ ਕਿੰਨੇ ਮਹਾਨ ਹਨ ਕਿ ਉਹਨਾਂ ਨੇ ਇੰਨੀ ਸੋਹਣੀ ਸ੍ਰਿਸ਼ਟੀ ਰਚੀ ਹੈ। ਵਿਸਮਾਦ ਨਾਂਗੇ ਫਿਰਹਿ ਜੰਤ। ਕਈ ਜੀਵ ਜੰਤੂ ਜਾਨਵਰ ਬਿਨਾਂ ਤਨ ਢਕੇ ਹੀ ਧਰਤੀ 'ਤੇ ਫਿਰਦੇ ਹਨ, ਕਿਉਂਕਿ ਪਰਮਾਤਮਾ ਨੇ ਉਹਨਾਂ ਦੀ ਬਣਤਰ ਹੀ ਇੱਦਾਂ ਬਣਾਈ ਹੈ। ਕਿਸੇ ਨੂੰ ਮੋਟੀ ਚਮੜੀ ਦਿੱਤੀ ਹੈ ਤਾਂ ਕਿ ਉਹਨਾਂ ਨੂੰ ਠੰਡ ਨਾ ਲੱਗੇ, ਅਤੇ ਕਈਆਂ ਨੂੰ ਸੋਹਣੀ ਜਿਹੀ ਫਰ ਦਿੱਤੀ ਹੈ। ਕਈ ਜੰਤੂ ਜਿਹੜੇ ਇੰਨੇ ਨਿੱਕੇ ਹਨ, ਜਿਵੇਂ ਬੈਕਟੀਰੀਆ ਜਾਂ ਵਾਇਰਸ, ਜੋ ਸਾਡੀਆਂ ਅੱਖਾਂ ਵੀ ਨਹੀਂ ਦੇਖ ਸਕਦੀਆਂ, ਉਹਨਾਂ ਨੂੰ ਵੀ ਇਸ ਸ੍ਰਿਸ਼ਟੀ 'ਤੇ ਥਾਂ 'ਤੇ ਗੁਰੂ ਸਾਹਿਬ ਜੀ ਫਿਰਾ ਰਹੇ ਹਨ। ਇਹ ਸਭ ਵਾਹਿਗੁਰੂ ਜੀ ਦੀ ਹੀ ਅਸਚਰਜਤਾ ਹੈ। ਵਿਸਮਾਦ ਪਾਉਣ ਵਿਸਮਾਦ ਪਾਣੀ। ਜਿੰਨੇ ਵੀ ਜੀਵ ਪੈਦਾ ਕੀਤੇ ਹਨ, ਇਹਨਾਂ ਜੀਵਾਂ ਨੂੰ ਸਵਾਸ ਦੇਣ ਲਈ ਪਰਮਾਤਮਾ ਨੇ ਹਵਾ ਬਣਾਈ ਹੈ।
ਜੇ ਹਵਾ ਨਾ ਹੁੰਦੀ ਤਾਂ ਸਾਡਾ ਜੀਵਨ ਨਹੀਂ ਹੋ ਸਕਦਾ। ਫਿਰ ਹਵਾ ਵੀ ਕਈ ਢੰਗ ਨਾਲ ਜੀਵਾਂ ਨੂੰ ਰੋਜ਼ੀ ਰੋਟੀ ਦਿੰਦੀ ਹੈ। ਕਈ ਕੀੜੇ, ਕਈ ਛੋਟੇ ਜੰਤੂ ਹਵਾ ਵਿੱਚੋਂ ਹੀ ਪ੍ਰਸ਼ਾਦਾ ਛਕ ਲੈਂਦੇ ਹਨ। ਗਰਮੀ ਵਿੱਚ ਸਾਨੂੰ ਸੁੱਖ ਦਿੰਦੀ ਹੈ। ਪਾਣੀ ਵੀ ਹਵਾ ਤੋਂ ਹੀ ਬਣਦਾ ਹੈ। ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਹਨ ਕਿ ਪਵਨ ਗੁਰੂ ਪਾਣੀ ਪਿਤਾ, ਕਿ ਹਵਾ ਸਾਡਾ ਗੁਰੂ ਹੈ, ਕਿਉਂਕਿ ਇਸ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ, ਜਿਵੇਂ ਅਸੀਂ ਗੁਰੂ ਤੋਂ ਬਿਨਾਂ ਨਹੀਂ ਜੀ ਸਕਦੇ। ਇਸੇ ਤਰ੍ਹਾਂ ਵਿਸਮਾਦ ਪਾਣੀ। ਪਾਣੀ ਵੀ ਪਰਮਾਤਮਾ ਦੀ ਇੱਕ ਅਸਚਰਜ ਦੇਣ ਹੈ, ਜੋ ਕਈ ਢੰਗਾਂ ਨਾਲ ਇਸ ਧਰਤੀ 'ਤੇ ਵਸ ਰਹੀ ਹੈ। ਸਾਡਾ ਸਰੀਰ ਹੀ 70% ਪਾਣੀ ਦਾ ਬਣਿਆ ਹੋਇਆ ਹੈ। ਕਈ ਜੀਵਾਂ ਲਈ ਪਾਣੀ ਹੀ ਉਹਨਾਂ ਦਾ ਆਧਾਰ ਹੈ, ਜਿਵੇਂ ਮੱਛੀਆਂ। ਮੱਛੀਆਂ ਪਾਣੀ ਤੋਂ ਬਿਨਾਂ ਜੀ ਨਹੀਂ ਸਕਦੀਆਂ। 42 ਲੱਖ ਜੀਵ ਪਾਣੀ ਵਿੱਚ ਹੀ ਪੈਦਾ ਹੁੰਦੇ ਹਨ। ਪਾਣੀ ਵੱਖਰੇ ਵੱਖਰੇ ਢੰਗਾਂ ਨਾਲ ਇਸ ਧਰਤੀ 'ਤੇ ਵਗ ਰਿਹਾ ਹੈ, ਜਿਵੇਂ ਨਦੀਆਂ, ਨਾਲੇ, ਸਮੁੰਦਰ, ਮੀਂਹ। ਗੁਰੂ ਨਾਨਕ ਦੇਵ ਜੀ ਨੇ ਪਾਣੀ ਨੂੰ ਸਾਡਾ ਪਿਤਾ ਕਿਹਾ ਹੈ। ਸਾਨੂੰ ਇਸ ਦੀ ਦੁਰਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਪਰਮਾਤਮਾ ਵੱਲੋਂ ਸਾਨੂੰ ਮਿਲੀ ਦਾਤ ਹੈ। ਵਿਸਮਾਦ ਅਗਨੀ ਖੇਡੈ ਵਿਡਾਣੀ। ਅਗਨੀ ਤੋਂ ਭਾਵ ਅੱਗ, ਖੇਡੈ ਤੋਂ ਭਾਵ ਖੇਡ ਰਹੀ ਹੈ, ਅਤੇ ਵਿਡਾਣੀ ਤੋਂ ਭਾਵ ਹੋਇਆ ਵੱਖਰੇ ਅਸਚਰਜ ਰੰਗਾਂ ਦੇ ਨਾਲ। ਸਾਡਾ ਸਰੀਰ 5 ਤੱਤਾਂ ਤੋਂ ਬਣਿਆ ਹੋਇਆ ਹੈ, ਅਤੇ ਅਗਨੀ ਉਹਨਾਂ 'ਚੋਂ ਇੱਕ ਤੱਤ ਹੈ। ਅਗਨੀ ਸਾਡੇ ਸਰੀਰ ਅੰਦਰ ਸਾਡੇ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦੀ ਹੈ। ਇਸੇ ਤਰ੍ਹਾਂ ਲੱਕੜ ਵਿੱਚ ਵੀ ਅੱਗ ਹੈ, ਜੋ ਬਾਲਣ ਦੇ ਕੰਮ ਆਉਂਦੀ ਹੈ, ਅਤੇ ਉਸ ਬਾਲਣ ਨਾਲ ਅਸੀਂ ਰਸੋਈ ਵਿੱਚ ਖਾਣਾ ਬਣਾਉਂਦੇ ਹਾਂ। ਸੂਰਜ ਵਿੱਚ ਵੀ ਅੱਗ ਹੈ, ਧਰਤੀ ਦੇ ਅੰਦਰ ਵੀ ਅੱਗ ਹੈ। ਇਸੇ ਤਰ੍ਹਾਂ ਅਗਨੀ ਵੱਖਰੇ ਵੱਖਰੇ ਢੰਗਾਂ ਨਾਲ ਸਾਡੀ ਪਾਲਣਾ ਕਰਦੀ ਹੈ। ਵਿਸਮਾਦ ਧਰਤੀ ਵਿਸਮਾਦ ਖਾਣੀ। ਪਰਮਾਤਮਾ ਦੀ ਬਣਾਈ ਹੋਈ ਧਰਤੀ ਵੀ ਵਿਸਮਾਦ ਹੈ, ਕਿਉਂਕਿ ਉਹ ਸਾਨੂੰ ਮਾਂ ਵਾਂਗ ਪਾਲਦੀ ਹੈ। ਧਰਤੀ ਤੋਂ ਹੀ ਬਨਸਪਤੀ ਭਾਵ ਪੌਦੇ ਤੇ ਦਰੱਖਤ ਆਦਿ ਉਪਜਦੇ ਹਨ। ਧਰਤੀ ਵਿੱਚ ਹੀ ਕਈ ਧਾਤਾਂ ਮਿਲਦੀਆਂ ਹਨ, ਜਿਵੇਂ ਕੋਲਾ, ਸੋਨਾ, ਚਾਂਦੀ, ਸਭ ਧਰਤੀ ਦੀ ਹੀ ਦੇਣ ਹੈ। ਵਿਸਮਾਦ ਖਾਣੀ। ਖਾਣੀ ਦਾ ਮਤਲਬ ਜੀਵਾਂ ਦੇ ਪੈਦਾ ਹੋਣ ਦਾ ਢੰਗ। 4 ਤਰ੍ਹਾਂ ਦੇ ਢੰਗ ਹਨ: ਅੰਡਜ, ਜੇਰਜ, ਸੇਤਜ ਤੇ ਉਤਪੁਜ। ਅੰਡਜ ਦਾ ਮਤਲਬ ਆਂਡਿਆਂ ਤੋਂ, ਜੇਰਜ ਜਿਵੇਂ ਮਨੁੱਖ ਪੈਦਾ ਹੁੰਦਾ ਹੈ, ਸੇਤਜ ਮੋਇਸਚਰ ਜਾਂ ਨਮੀ, ਉਤਪੁਜ ਬੀਜਾਂ ਤੋਂ ਪੈਦਾ ਹੋਣ ਵਾਲੀ ਬਨਸਪਤੀ। ਇਹ ਵੀ ਅਸਚਰਜ ਹੈ, ਸਾਨੂੰ ਵਾਹਿਗੁਰੂ ਜੀ ਦੀ ਯਾਦ ਦਿਲਾਉਂਦੀ ਹੈ। ਵਿਸਮਾਦ ਸਾਧ ਲੱਗਹਿ ਪ੍ਰਾਣੀ। ਸਾਧ ਦਾ ਅਰਥ ਸਵਾਦ ਜਾਂ ਰਸ ਭਿੰਨਾ, ਲੱਗਹਿ ਦਾ ਅਰਥ ਲੱਗੇ ਹੋਏ ਹਨ, ਪ੍ਰਾਣੀ ਦਾ ਅਰਥ ਜੀਵ। ਪਰਮਾਤਮਾ ਨੇ ਕਿੰਨੇ ਤਰ੍ਹਾਂ ਦੇ ਸਵਾਦ ਬਣਾਏ ਹਨ, ਜਿਵੇਂ ਮਿੱਠਾ, ਖੱਟਾ, ਨਮਕੀਨ। ਜਿਵੇਂ ਅੰਬ ਵਿੱਚ ਹੋਰ ਮਿਠਾਸ ਹੈ, ਸੇਬ ਵਿੱਚ ਹੋਰ, ਗੰਨੇ ਵਿੱਚ ਹੋਰ। ਅਤੇ ਫਿਰ ਸਾਡੀਆਂ ਇੰਦਰੀਆਂ ਦੇ ਵੀ ਵੱਖਰੇ ਵੱਖਰੇ ਰਸ ਹਨ। ਅੱਖਾਂ ਨਾਲ ਦੇਖਣ ਦਾ ਰਸ, ਨੱਕ ਨਾਲ ਸੁੰਘਣ ਦਾ ਰਸ। ਇਹ ਸਾਰੇ ਸਵਾਦਾਂ ਨਾਲ ਪ੍ਰਾਣੀ ਭਾਵ ਜੀਵ ਉਲਝਿਆ ਹੋਇਆ ਹੈ। ਕਿਸੇ ਕਿਸੇ ਨੂੰ ਪਰਮਾਤਮਾ ਦੀ ਭਗਤੀ ਦਾ ਵੀ ਸਵਾਦ ਆਉਂਦਾ ਹੈ। ਵਿਸਮਾਦ ਸੰਜੋਗ, ਵਿਸਮਾਦ ਵਿਜੋਗ। ਸੰਜੋਗ ਦਾ ਅਰਥ ਇਕੱਠੇ ਹੋਣਾ ਜਾਂ ਮਿਲਣਾ, ਅਤੇ ਵਿਜੋਗ ਦਾ ਅਰਥ ਵਿਛੜਨਾ। ਸੰਜੋਗਾਂ ਨਾਲ ਹੀ ਰਿਸ਼ਤੇ ਬਣਦੇ ਹਨ ਅਤੇ ਵਿਛੋੜੇ ਪੈਂਦੇ ਹਨ। ਕਿਸੇ ਕਿਸੇ ਦੇ ਅਸੀਂ ਨੇੜੇ ਜਾਂਦੇ ਹਾਂ ਅਤੇ ਕਿਸੇ ਤੋਂ ਦੂਰ ਹੁੰਦੇ ਜਾਂਦੇ ਹਾਂ। ਸੰਜੋਗਾਂ ਨਾਲ ਹੀ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ, ਅਤੇ ਵਿਜੋਗ ਪਰਮਾਤਮਾ ਤੋਂ ਦੂਰ ਲੈ ਜਾਂਦੇ ਹਨ। ਵਿਸਮਾਦ ਭੁੱਖ, ਵਿਸਮਾਦ ਭੋਗ। ਕਈਆਂ ਨੂੰ ਵਾਹਿਗੁਰੂ ਜੀ ਨੇ ਭੁੱਖ ਜਾਂ ਗਰੀਬੀ ਦਿੱਤੀ ਹੈ, ਅਤੇ ਕਈਆਂ ਨੂੰ ਭੋਗ, ਬਹੁਤ ਸਾਰੇ ਪਦਾਰਥ ਅਤੇ ਅਮੀਰੀ ਮਿਲੀ ਹੈ। ਕਿਸੇ ਨੂੰ ਪਰਮਾਤਮਾ ਦੇ ਮਿਲਣ ਦੀ ਭੁੱਖ ਹੈ, ਅਤੇ ਕਿਸੇ ਨੂੰ ਮਾਇਆ ਦੇ ਰਸ ਭੋਗਣੇ ਚੰਗੇ ਲੱਗਦੇ ਹਨ। ਇਹ ਵੀ ਵਾਹਿਗੁਰੂ ਜੀ ਦੀ ਹੀ ਅਸਚਰਜ ਖੇਡ ਹੈ। ਵਿਸਮਾਦ ਸਿਫਤ, ਵਿਸਮਾਦ ਸਾਲਾਹ।
ਸਿਫਤ ਮਤਲਬ ਪ੍ਰਸ਼ੰਸਾ, ਸਲਾਹ ਮਤਲਬ ਵਿਚਾਰ ਕਰਨਾ। ਕੋਈ ਵਿਸਮਾਦ ਵਿੱਚ ਪਰਮਾਤਮਾ ਦੀ ਬਣਾਈ ਕੁਦਰਤ ਨੂੰ ਦੇਖ ਕੇ ਉਸ ਦੀ ਪ੍ਰਸ਼ੰਸਾ ਕਰ ਰਿਹਾ ਹੈ ਅਤੇ ਕੋਈ ਉਸ ਦੇ ਗੁਣਾਂ ਦੀ ਸਲਾਹ ਭਾਵ ਵਿਚਾਰ ਕਰ ਰਿਹਾ ਹੈ। ਇਹ ਸਾਰੇ ਵਾਹਿਗੁਰੂ ਜੀ ਨੂੰ ਸਿਮਰਨ ਦੇ ਢੰਗ ਹਨ। ਵਿਸਮਾਦ ਉੱਜੜ ਵਿਸਮਾਦ ਰਾਹ। ਉੱਜੜ ਭਾਵ ਉਜਾੜ ਥਾਂ, ਬਿਆਬਾਨ ਜੰਗਲ, ਜਿਸ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਨਹੀਂ ਪਤਾ। ਇਹ ਵੀ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਨੂੰ ਸੰਸਾਰ ਇੱਕ ਬਿਆਬਾਨ ਜੰਗਲ ਲੱਗਦਾ ਹੈ ਜਿਸ ਵਿੱਚੋਂ ਨਿਕਲਣ ਦਾ ਕੋਈ ਰਾਹ ਨਹੀਂ ਲੱਭ ਸਕਦਾ, ਕਿਉਂਕਿ ਉਹ ਮਾਇਆ ਵਿੱਚ ਫਸਿਆ ਹੋਇਆ ਹੈ। ਕਿਸੇ ਨੂੰ ਪਰਮਾਤਮਾ ਆਪਣੇ ਤੱਕ ਪਹੁੰਚਣ ਦਾ ਰਾਹ ਦੱਸ ਰਿਹਾ ਹੈ ਕਿ ਕਿਵੇਂ ਨਾਮ ਜਪ ਕੇ ਉਸ ਤੱਕ ਪਹੁੰਚਣਾ ਹੈ। ਵਿਸਮਾਦ ਨੇੜਾ ਵਿਸਮਾਦ ਦੂਰ। ਕਿਸੇ ਨੂੰ ਨਾਮ ਜਪ ਕੇ ਚੰਗੇ ਕਰਮਾਂ ਕਰਕੇ ਪਰਮਾਤਮਾ ਬਹੁਤ ਨੇੜੇ ਦਿਖਾਈ ਦਿੰਦੇ ਹਨ ਅਤੇ ਕਿਸੇ ਨੂੰ ਬੁਰੇ ਕਰਮਾਂ ਕਰਕੇ ਦੂਰ ਦਿਖਾਈ ਦਿੰਦੇ ਹਨ। ਵਿਸਮਾਦ ਵੇਖੈ ਹਾਜ਼ਰਾ ਹਜ਼ੂਰ। ਕਿਸੇ ਨੂੰ ਵਾਹਿਗੁਰੂ ਜੀ ਨੇੜੇ ਤੋਂ ਵੀ ਨੇੜੇ ਭਾਵ ਹਰ ਥਾਂ ਮੌਜੂਦ ਦਿਸਦੇ ਹਨ ਅਤੇ ਕਿਸੇ ਨੂੰ ਆਪਣੇ ਅੰਗ ਸੰਗ ਦਿਖਾਈ ਦਿੰਦੇ ਹਨ। ਇਹ ਵੀ ਪਰਮਾਤਮਾ ਦੀ ਅਸਚਰਜ ਖੇਡ ਹੈ। ਵੇਖ ਵਿਡਾਣ ਰਹਿਆ ਵਿਸਮਾਦ। ਵੇਖ ਦਾ ਮਤਲਬ ਵੇਖ ਕੇ, ਵਿਡਾਣ ਦਾ ਮਤਲਬ ਅਸਚਰਜ, ਹੈਰਾਨ ਕਰਨ ਵਾਲਾ। ਪਰਮਾਤਮਾ ਦੇ ਇਹਨਾਂ ਅਸਚਰਜ ਭਰੇ ਹੈਰਾਨ ਕਰ ਦੇਣ ਵਾਲੇ ਰੰਗਾਂ ਨੂੰ ਵੇਖ ਕੇ ਅਸੀਂ ਵੀ ਵਿਸਮਾਦ ਭਾਵ ਹੈਰਾਨ ਹੋ ਰਹੇ ਹਾਂ ਕਿ ਕਿੰਨੀ ਸੋਹਣੀ ਉਸਨੇ ਇਹ ਕੁਦਰਤ ਬਣਾਈ। ਨਾਨਕ ਬੁੱਝਣ ਪੂਰੈ ਭਾਗ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਇਹ ਸਾਰੇ ਵਾਹਿਗੁਰੂ ਜੀ ਦੇ ਰੰਗ ਉਦੋਂ ਹੀ ਸਮਝ ਆਉਂਦੇ ਹਨ, ਉਦੋਂ ਹੀ ਆਪਾਂ ਬੁੱਝ ਪਾਉਂਦੇ ਹਾਂ ਜਦੋਂ ਵਾਹਿਗੁਰੂ ਜੀ ਚਾਹੁੰਦੇ ਹੋਣ ਜਾਂ ਜਦੋਂ ਆਪਣੇ ਪੂਰੇ ਭਾਗ ਹੋਣ। ਇਸ ਸ਼ਬਦ ਤੋਂ ਇਹ ਸੋਝੀ ਮਿਲੀ ਹੈ ਕਿ ਵਾਹਿਗੁਰੂ ਜੀ ਦੀ ਸ੍ਰਿਸ਼ਟੀ ਕਿੰਨੀ ਅਸਚਰਜ ਹੈ ਅਤੇ ਕਿੰਨੀ ਰੰਗਾਂ ਵਾਲੀ ਹੈ ਅਤੇ ਉਸ ਦੀ ਵਿਲੱਖਣਤਾ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।